ਬਹੁਤ ਸਾਰੇ ਬੰਦੇ ਆ ਰਹੇ ਆ। ਟੋਟਲ ਫੁੱਲ ਹੈਗੀ ਇਹ ਗਮਸਾ ਔਰ ਇਸ ਦੇ ਵਿੱਚ ਤਕਰੀਬਨ ਹਰ ਕੰਟਰੀ ਦੀ ਮਸ਼ੀਨਰੀ ਸ਼ੋ ਹੋ ਰਹੀ ਹੈ। ਐਕਚੁਅਲੀ ਬੇਸਿਕਲੀ ਜਿੰਨੀ ਵੀ ਡਿਵੈਲਪਮੈਂਟ ਹੈ ਉਹ ਪਿਛਲੇ 2 ਸਾਲ ਦੇ ਵਿੱਚ ਹੋਈ ਹੈ। ਇਸ ਐਗਜ਼ੀਬਿਸ਼ਨ ਦੇ ਵਿੱਚ ਤਕਰੀਬਨ ਜੋ ਵੀ ਹੋਏਗੀ ਨਜ਼ਰ ਆ ਜਾਏਗੀ। ਇਸ ਦੇ ਵਿੱਚ ਬਹੁਤ ਸਾਰੇ ਸੈਕਟਰ ਆ ਜਿਸ ਦੇ ਉੱਤੇ ਐਗਜ਼ੀਬਿਸ਼ਨ ਲੱਗਦੀ ਪਈ ਹੈ, ਜਿਸ ਦੇ ਵਿੱਚ ਨਿਟਿੰਗ ਸੈਕਟਰ ਵੀ ਹੈ, ਟੈਕਸਟਾਈਲ ਵੀ ਹੈ, ਫਿਰ ਉਸ ਤੋਂ ਬਾਅਦ ਫਿਨਿਸ਼ਿੰਗ ਵੀ ਹੈ। ਫਿਨਿਸ਼ਿੰਗ ਤੋਂ ਇਲਾਵਾ ਡਾਈਂਗ ਬਹੁਤ ਡਿਵੈਲਪ ਹੋਈ ਹੈ ਪਿੱਛੇ ਜੇ। ਡਾਈਂਗ ਦੇ ਵਿੱਚ ਵੀ ਬਹੁਤ ਬੜੀ ਟੈਕਨੋਲੋਜੀ ਆ ਰਹੀ ਹੈ। ਇਸ ਵੇਲੇ ਵੀ ਚਾਈਨਾ ਦੇ 3, 4 ਜਾਂ 5 ਸਿਟੀ ਜਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਇੱਦਾਂ ਦੇ ਸਿਟੀ ਹੈ ਜਿਹੜੇ ਕਿ ਟੋਟਲ ਹੀ ਲੋਕਡਾਊਨ ਹੈ। ਉਹਦੇ ਵਿੱਚ ਕੋਈ ਵੀ ਬੰਦਾ ਮੂਵ ਨਹੀਂ ਕਰ ਸਕਦਾ। ਟਰਾਂਸਪੋਰਟੇਸ਼ਨ ਵੀ ਟੋਟਲ ਰੁਕੀ ਹੋਈ ਹੈ, ਕੋਈ ਕੋਰੀਅਰ ਨਹੀਂ ਚੱਲਦਾ ਪਿਆ ਹੈਗਾ। ਲੇਕਿਨ ਇਹਦੇ ਬਾਵਜੂਦ ਚਾਈਨਾ ਜਿਹੜੀ ਹੈਗੀ ਮਸ਼ੀਨਰੀ ਵਾਈਜ਼ ਕਹਿ ਲਓ ਜਿਹੜੇ ਮੇਨ ਪ੍ਰੋਡਕਟ ਆ ਜਿਸ ਨੂੰ ਕੈਪੀਟਲ ਗੁੱਡਸ ਅਸੀਂ ਕਹਿੰਦੇ ਜਿਹਦੇ ਵਿੱਚ ਬਹੁਤ ਟੈਕਨੀਕਲੀ ਹਾਈ ਫਾਈ ਕੁਆਲਿਟੀ ਚਾਹੀਦੀ ਆ, ਉਹ ਹਾਲੇ ਚਾਈਨਾ ਤੋਂ ਹੀ ਸਪਲਾਈ ਹੁੰਦੀ ਹੈ। ਯੂਰਪ ਤੋਂ ਮਸ਼ੀਨਰੀ ਸਪਲਾਈ ਹੋ ਰਹੀ ਆ, ਲੇਕਿਨ ਯੂਰਪ ਬਹੁਤ ਐਕਸਪੈਂਸਿਵ ਹੈ, ਹਰ ਬੰਦਾ ਪਰਚੇਜ਼ ਨਹੀਂ ਕਰ ਸਕਦਾ। ਤੇ ਚਾਈਨਾ ਦੇ ਮੁਕਾਬਲੇ ਹਾਲੇ ਕੋਈ ਵੀ ਕੰਟਰੀ ਇੱਦਾਂ ਦੀ ਨਹੀਂ ਹੈ ਜਿਹੜੀ ਕਿ ਚੀਜ਼ਾਂ ਦੀ ਡਿਮਾਂਡ ਪੂਰੀ ਕਰ ਸਕੇ ਪੂਰੇ ਵਰਲਡ ਦੀ। ਚਾਈਨਾ ਦੇ ਵਿੱਚ ਨਾ ਸਿਰਫ ਪ੍ਰਾਈਸ ਦਾ ਮੈਟਰ ਨਹੀਂ ਹੈ। ਹੁਣ ਚਾਈਨਾ ਨੇ ਆਪਣੇ ਆਪ ਨੂੰ ਕੁਆਲਿਟੀ 'ਚ ਵੀ ਬਹੁਤ ਡਿਵੈਲਪ ਕਰ ਲਿਆ। ਇਸ ਰੀਜ਼ਨ ਪਿੱਛੇ ਹਾਲੇ ਫॉर ਦੀ ਟਾਈਮ ਬੀਇੰਗ ਕੋਈ ਵੀ ਕੰਟਰੀ ਇੰਨੀ ਜਲਦੀ ਇੱਕ ਅੱਧੇ ਸਾਲ ਦੇ ਵਿੱਚ ਇੰਨਾ ਨਹੀਂ ਡਿਵੈਲਪ ਹੋਇਆ ਕਿ ਚਾਈਨਾ ਨੂੰ ਕੰਪੀਟ ਕਰ ਸਕੇ। ਚਾਈਨਾ ਦੀ ਮੈਨੂਫੈਕਚਰਿੰਗ ਕਾਸਟ ਵੀ ਥੱਲੇ ਆ ਪੂਰੇ ਵਰਲਡ ਦੇ ਨਾਲੋਂ। ਸੈਕਿੰਡ, ਉਹਨਾਂ ਦੀ ਕੁਆਲਿਟੀ ਵੀ ਅੱਜ ਦੀ ਤਰੀਕ 'ਚ ਬਹੁਤ ਜ਼ਿਆਦਾ ਅਪਰੂਵਡ ਆ। ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਸੋ ਜਿੱਦਾਂ ਦੁਨੀਆ ਜਿਹੜੀ ਹੈਗੀ ਹੈ ਵਾਪਸ ਆਪਣੀ ਸਪੀਡ 'ਤੇ ਆਉਂਦੀ ਜਾ ਰਹੀ ਹੈ, ਗੁਲਜ਼ਾਰ ਹੁੰਦੀ ਜਾ ਰਹੀ ਹੈ, ਉੱਦਾਂ ਜਿਹੜੇ ਨਾਰਮਲ ਚੀਜ਼ਾਂ ਵੀ ਲਾਈਫ ਦੇ ਵਿੱਚ ਆਪਣੀ ਐਡ ਔਨ ਕਰਦੀਆਂ ਜਾ ਰਹੀਆਂ। ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਇੱਕ ਵਾਰੀ ਫਿਰ ਜਿਹੜੀ ਹੈ ਲੁਧਿਆਣਾ, ਕਿਉਂਕਿ ਇੱਕ ਮੈਨਚੈਸਟਰ ਹੈਗਾ, ਹੌਜ਼ਰੀ ਦਾ ਗੜ੍ਹ ਹੈ, ਫੈਸ਼ਨ ਇੰਡਸਟਰੀ ਦਾ ਗੜ੍ਹ ਹੈ। ਸੋ ਇੱਥੇ ਲੁਧਿਆਣਾ ਦੇ ਵਿੱਚ ਇੱਕ ਵਾਰੀ ਫਿਰ ਗਮਸਾ ਐਕਸਪੋ ਜਿਹੜੀ ਕਿ ਗਾਰਮੈਂਟ ਮਸ਼ੀਨਰੀ ਐਂਡ ਟੈਕਨੋਲੋਜੀ ਜਿਹੜੀ ਇੱਕ ਐਸੋਸੀਏਸ਼ਨ ਦੀ ਇੱਕ ਗਮਸਾ ਐਕਸਪੋ ਹੈ, ਐਗਜ਼ੀਬਿਸ਼ਨ ਹੈ ਜਿਹੜੀ ਇੰਟਰਨੈਸ਼ਨਲ ਮਸ਼ੀਨਰੀ ਨੂੰ ਡਿਸਪਲੇ ਕਰਦੀ ਹੈ, ਉਹਦਾ ਆਯੋਜਨ ਹੋਣ ਜਾ ਰਿਹਾ ਹੈ। ਸੋ ਉਹਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਨਰਿੰਦਰ ਕੁਮਾਰ ਜੀ ਨਾਲ ਗੱਲਬਾਤ ਕਰਦੇ ਹਾਂ, ਰੂਬਰੂ ਹੁੰਦੇ ਹੈ ਔਰ ਜਾਣਦੇ ਹੈ ਕਿ ਕਦੋਂ ਲੱਗ ਰਹੀ ਹੈ, ਕਿੰਨਵੀਂ ਐਗਜ਼ੀਬਿਸ਼ਨ ਹੈ ਔਰ ਕਿੱਥੇ ਕਿੱਥੇ ਦੀ ਮਸ਼ੀਨਰੀ ਇਸ ਵਾਰੀ ਡਿਸਪਲੇ ਹੋਏਗੀ। ਬਹੁਤ ਸਾਰੇ ਸਵਾਲਾਂ ਦੇ ਨਾਲ ਸਰ ਨਮਸਕਾਰ ਜੀ। ਨਮਸਤੇ ਜੀ। ਨਮਸਤੇ ਸਰ, ਗਮਸਾ ਐਕਸਪੋ ਲੱਗ ਰਹੀ ਹੈ ਇਸ ਵਾਰੀ 2 ਸਾਲ ਦਾ ਵਿੱਚ ਗੈਪ ਪੈ ਗਿਆ। ਸੋ 1 ਸਾਲ ਦਾ ਗੈਪ ਪੈ ਗਿਆ, 2 ਐਗਜ਼ੀਬਿਸ਼ਨਸ ਇੱਕ ਤਰ੍ਹਾਂ ਦੀ ਮਿਸ ਹੋ ਗਈਆਂ। ਸੋ ਕਿੱਦਾਂ ਦਾ ਇਸ ਵਾਰ ਦਾ ਰੁਝਾਨ ਹੈ ਲੋਕਾਂ ਦਾ? ਐਕਚੁਅਲੀ ਜਿਹੜਾ ਲੁਧਿਆਣਾ ਵੈਸੇ ਹੀ ਗੜ੍ਹ ਹੈਗਾ ਜੀ, ਜਿਹੜਾ ਹੌਜ਼ਰੀ ਵਗੈਰਾ ਦਾ ਗਾੜਾ, ਹਰ ਬੰਦਾ ਆਪਣੇ ਆਪ ਨੂੰ ਸ਼ੋਅ ਕਰਨਾ ਚਾਹੁੰਦਾ, ਆਪਣੇ ਨਵੇਂ ਪ੍ਰੋਡਕਟ ਸ਼ੋਅ ਕਰਨਾ। ਪਿਛਲੇ 1 ਸਾਲ ਦਾ ਗੈਪ ਵੈਸੇ ਪਿਆ ਹੈਗਾ। ਇਸ ਵਾਰੀ ਫਰਵਰੀ 'ਚ ਲੱਗਣੀ ਸੀ, ਜਿਹੜੀ ਫਰਵਰੀ 'ਚ ਲੱਗ ਨਹੀਂ ਪਾਈ, ਤੇ ਹੁਣ ਅਸੀਂ ਉਸ ਨੂੰ ਮਾਰਚ 'ਚ ਸ਼ਿਫਟ ਕਰ ਦਿੱਤਾ। 25 ਤੋਂ 28 ਤਰੀਕ ਤੱਕ ਸਾਡੀ ਜਿਹੜੀ ਗਮਸਾ ਹੈਗੀ ਆ ਉਹ ਇਸ ਵੇਲੇ ਦਾਣਾ ਮੰਡੀ ਦੇ ਵਿੱਚ ਲੱਗ ਰਹੀ ਹੈ। ਤੇ ਇਸ ਵੇਲੇ ਹਰ ਬੰਦਾ ਉਹਦੇ ਵਿੱਚ ਆਪਣੇ ਪ੍ਰੋਡਕਟ ਡਿਸਪਲੇ ਕਰਨ ਦੇ ਲਈ ਬਹੁਤ ਤਿਆਰ ਹੈਗਾ ਔਰ ਬਹੁਤ ਸਾਰੇ ਬੰਦੇ ਆ ਰਹੇ ਆ। ਟੋਟਲ ਫੁੱਲ ਹੈਗੀ ਇਹ ਗਮਸਾ ਔਰ ਇਸ ਦੇ ਵਿੱਚ ਤਕਰੀਬਨ ਹਰ ਕੰਟਰੀ ਦੀ ਮਸ਼ੀਨਰੀ ਸ਼ੋ ਹੋ ਰਹੀ ਹੈ। ਲੇਕਿਨ ਇਸ ਦੇ ਵਿੱਚ ਕੋਈ ਫੋਰਨਰਸ ਵਗੈਰਾ ਬਹੁਤ ਘੱਟ ਆ ਰਹੇ ਜਾਂ ਨਹੀਂ ਆ ਰਹੇ। ਲੇਕਿਨ ਗੁਜਰਾਤ ਤੋਂ, ਲੋਕਲ ਲੁਧਿਆਣੇ ਤੋਂ, ਅੰਮ੍ਰਿਤਸਰ ਤੋਂ ਬਹੁਤ ਸਾਰੇ ਏਰੀਆਜ਼ ਹੈਗਾ ਜਿੱਥੋਂ ਦੀ ਮਸ਼ੀਨਰੀ ਮੈਨੂਫੈਕਚਰ, ਜਿਹੜੇ ਲੋਕਲ ਮਸ਼ੀਨਰੀ ਮੈਨੂਫੈਕਚਰ ਵੀ ਔਰ ਟਰੇਡਰ ਵੀ ਆ, ਉਹ ਸਾਰੇ ਆਪਣੇ ਪ੍ਰੋਡਕਟ ਜਿਹੜੇ ਲੇਟੈਸਟ ਹੈਗੇ ਪਿਛਲੇ ਸਾਲ, 1.5 ਸਾਲ, 2 ਸਾਲ ਦੀ ਜਿਹੜੀ ਡਿਵੈਲਪਮੈਂਟ ਹੈ ਉਸ ਨੂੰ ਇਹਦੇ ਵਿੱਚ ਸ਼ੋਅ ਕਰਨਾ ਵੀ ਚਾਹੁੰਦੇ ਆ ਔਰ ਆ ਵੀ ਰਹੇ ਆ। ਤੇ ਸਾਰੇ ਜਿੰਨੇ ਵੀ ਸਾਡੇ ਦਰਸ਼ਕ ਆ ਜਾਂ ਜਿਹੜੇ ਬੰਦੇ ਆਉਂਦੇ ਆ ਜਾਂ ਕਸਟਮਰਸ ਆ, ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਇਸ ਐਗਜ਼ੀਬਿਸ਼ਨ 'ਚ। ਇਹ ਸਭ ਤੋਂ ਬੜੀ ਐਗਜ਼ੀਬਿਸ਼ਨ ਹੈ ਇੱਧਰਲੇ ਸਾਈਡ ਦੀ। ਸਰ, ਮੈਂ ਪੁੱਛਣਾ ਚਾਹਾਂਗਾ ਜਿਵੇਂ 1.5-2 ਸਾਲ ਹੋ ਗਿਆ ਕੋਵਿਡ ਦੇ ਕਰਕੇ, ਸੋ ਟੈਕਨੋਲੋਜੀ 'ਚ ਜਿੱਥੇ ਬਹੁਤ ਸਾਰੀਆਂ ਚੇਂਜਿਸ ਵੀ ਹੋਈਆਂ, ਉੱਥੇ ਕੁਛ ਜਿਵੇਂ ਹਰ ਬੰਦੇ ਨੇ ਘਰੇ ਬੈਠ ਕੇ ਇੱਕ ਮੰਥਨ ਕੀਤਾ ਔਰ ਨਵੀਂ ਚੀਜ਼ਾਂ ਡਿਵੈਲਪ ਕੀਤੀਆਂ। ਸੋ ਇਸ ਵਾਰੀ ਜਿਹੜੀ ਮਸ਼ੀਨਰੀ ਦੇ ਵਿੱਚ ਕੀ ਇਹੋ ਜਿਹੀ ਨਵੀਂ ਤੁਹਾਨੂੰ ਲੱਗਦਾ ਹੈ ਚੀਜ਼ਾਂ ਹੈਗੀਆਂ ਜਿਹੜੀ ਕਿ ਮੈਨੂਫੈਕਚਰਿੰਗ ਸੈਕਟਰ ਲਈ ਬਹੁਤ ਇੰਪੋਰਟੈਂਟ ਹੋਣਗੀਆਂ? ਐਕਚੁਅਲੀ ਬੇਸਿਕਲੀ ਜਿੰਨੀ ਵੀ ਡਿਵੈਲਪਮੈਂਟ ਹੈ ਉਹ ਪਿਛਲੇ 2 ਸਾਲ ਦੇ ਵਿੱਚ ਹੋਈ ਹੈ। ਇਸ ਐਗਜ਼ੀਬਿਸ਼ਨ ਦੇ ਵਿੱਚ ਤਕਰੀਬਨ ਜੋ ਵੀ ਹੋਏਗੀ ਨਜ਼ਰ ਆ ਜਾਏਗੀ। ਇਸ ਦੇ ਵਿੱਚ ਬਹੁਤ ਸਾਰੇ ਸੈਕਟਰ ਆ ਜਿਸ ਦੇ ਉੱਤੇ ਐਗਜ਼ੀਬਿਸ਼ਨ ਲੱਗਦੀ ਪਈ ਹੈ, ਜਿਸ ਦੇ ਵਿੱਚ ਨਿਟਿੰਗ ਸੈਕਟਰ ਵੀ ਹੈ, ਟੈਕਸਟਾਈਲ ਵੀ ਹੈ, ਫਿਰ ਉਸ ਤੋਂ ਬਾਅਦ ਫਿਨਿਸ਼ਿੰਗ ਵੀ ਹੈ। ਫਿਨਿਸ਼ਿੰਗ ਤੋਂ ਇਲਾਵਾ ਡਾਈਂਗ ਬਹੁਤ ਡਿਵੈਲਪ ਹੋਈ ਹੈ ਪਿੱਛੇ ਜੇ। ਡਾਈਂਗ ਦੇ ਵਿੱਚ ਵੀ ਬਹੁਤ ਬੜੀ ਟੈਕਨੋਲੋਜੀ ਆ ਰਹੀ ਹੈ। ਤੇ ਇਸ ਐਗਜ਼ੀਬਿਸ਼ਨ ਦੇ ਵਿੱਚ ਤਕਰੀਬਨ ਜਿੰਨੇ ਵੀ ਸੈਕਟਰ ਆ ਉਹਦੇ ਵਿੱਚ ਜਿੰਨੇ ਵੀ ਟਾਈਪ ਦੀ ਮਸ਼ੀਨਰੀ ਹੈ ਉਹ ਸਾਰੇ ਜੋ ਵੀ ਇੰਪਰੂਵਮੈਂਟ ਹੋਏਗੀ ਇਸ ਐਗਜ਼ੀਬਿਸ਼ਨ ਦੇ ਵਿੱਚ ਸ਼ੋ ਹੋਏਗੀ। ਨਰਿੰਦਰ ਜੀ, ਜਿਵੇਂ ਤੁਸੀਂ ਵਰਲਡ ਲੈਵਲ 'ਤੇ ਕੰਮ ਕਰਦੇ ਹੋ, ਹਰ ਕੰਟਰੀ ਦੀ ਅਲੱਗ-ਅਲੱਗ ਟੈਕਨੋਲੋਜੀਜ਼ ਨੂੰ ਫੋਕਸ ਕਰਦੇ ਹੋ, ਸੋ ਜਿਵੇਂ
ਇਸ ਦੌਰਾਨ ਚਾਈਨਾ ਤਾਂ ਇੱਕ ਸਾਡਾ ਸਭ ਦਾ ਪੂਰੇ ਵਰਲਡ ਦਾ ਇੱਕ ਰਿਸੋਰਸ ਬਣ ਹੀ ਗਿਆ ਸੀਗਾ, ਪਰ ਚਾਈਨਾ ਹਜੇ ਵੀ ਕਹਿੰਦੇ ਕੋਵਿਡ ਕਰਕੇ ਉੱਥੇ ਬਹੁਤ ਸਾਰੀਆਂ ਪ੍ਰੋਬਲਮਸ ਅੱਜ ਦੀ ਡੇਟ ਤੱਕ ਵੀ ਹੈਗੀਆਂ। ਸੋ ਕੀ ਬਾਜ਼ਾਰ ਦੇ ਵਿੱਚ ਕੋਈ ਨਵਾਂ ਕੰਟਰੀ ਵੀ ਚਾਈਨਾ ਨੂੰ ਕੰਪੀਟ ਕਰਨ ਲਈ ਖੜਾ ਹੋਇਆ ਜਿਹੜਾ ਵਰਲਡ ਦੀ ਜਿਹੜੀ ਡਿਮਾਂਡ ਨੂੰ ਪੂਰਾ ਕਰ ਸਕੇ? ਕਿਉਂਕਿ ਜੇ ਚਾਈਨਾ ਨਹੀਂ ਸਪਲਾਈ ਕਰ ਪਾਉਂਦਾ, ਅਸੀਂ ਸਾਰਿਆਂ ਨੇ ਭੁਗਤਿਆ ਕਿ ਕਿਤੇ ਨਾ ਕਿਤੇ ਸਾਨੂੰ ਸਭ ਨੂੰ ਵੀ ਇਫੈਕਟ ਰਿਹਾ, ਪ੍ਰੋਡਕਟ ਵੀ ਮਹਿੰਗਾ ਹੋਇਆ, ਸਪਲਾਈ ਚੇਨਾਂ ਵੀ ਟੁੱਟੀਆਂ। ਪਰ ਕੀ ਉਹਦੇ ਪੈਰਲਲੀ ਇਸ ਦੌਰਾਨ ਕੋਈ ਨਵਾਂ ਕੰਟਰੀ ਆਪਣੇ ਆਪ ਨੂੰ ਡਿਵੈਲਪ ਕਰ ਪਾਇਆ ਵਰਲਡ ਮਾਰਕੀਟ 'ਚ? ਦੇਖੋ, ਹਾਲੇ ਜਿੰਨੀ ਵੀ ਇੰਪੋਰਟ ਹੈ ਉਹ ਘੁੰਮਦੀ ਤਾਂ ਹਾਲੇ ਚਾਈਨਾ ਦੇ ਇਰਦ ਗਿਰਦ ਹੈਗੀ ਹੈ। ਇਸ ਵੇਲੇ ਕੋਵਿਡ ਬਾਕੀ ਜਿਹੜੇ ਕੰਟਰੀਜ਼ ਹੈ ਉਹਦੇ ਵਿੱਚ ਬਹੁਤ ਘੱਟ ਲੈਵਲ ਤੇ ਪਹੁੰਚ ਗਿਆ, ਜਾਂ ਥੋੜਾ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਯੂਰਪੀਅਨ ਕੰਟਰੀਜ਼ ਨੇ, ਈਵਨ ਹਿੰਦੁਸਤਾਨ ਨੇ ਵੀ। ਚਲੋ ਕੋਵਿਡ ਹੈਗਾ ਲੇਕਿਨ ਰੈਗੂਲਰ ਲਾਈਫ ਚੱਲਣੀ ਚਾਹੀਦੀ ਆ। ਲੇਕਿਨ ਅੱਜ ਕੱਲ੍ਹ ਜਿਹੜੀ ਚਾਈਨਾ ਦੇ ਵਿੱਚ ਕੋਵਿਡ ਨੂੰ ਬਹੁਤ ਸੀਰੀਅਸਲੀ ਲਿਆ ਜਾ ਰਿਹਾ। ਇਸ ਵੇਲੇ ਵੀ ਚਾਈਨਾ ਦੇ 3, 4 ਜਾਂ 5 ਸਿਟੀ, ਜਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਇੱਦਾਂ ਦੇ ਸਿਟੀ ਆ ਜਿਹੜੇ ਕਿ ਟੋਟਲ ਹੀ ਲੋਕਡਾਊਨ ਹੈ। ਉਹਦੇ ਵਿੱਚ ਕੋਈ ਵੀ ਬੰਦਾ ਮੂਵ ਨਹੀਂ ਕਰ ਸਕਦਾ, ਟਰਾਂਸਪੋਰਟੇਸ਼ਨ ਵੀ ਟੋਟਲ ਰੁਕੀ ਹੋਈ ਹੈ, ਕੋਈ ਕੋਰੀਅਰ ਨਹੀਂ ਚੱਲਦਾ ਪਿਆ ਹੈਗਾ। ਲੇਕਿਨ ਇਹਦੇ ਬਾਵਜੂਦ ਚਾਈਨਾ ਜਿਹੜੀ ਹੈਗੇ ਮਸ਼ੀਨਰੀ ਵਾਈਜ਼ ਕਹਿ ਲਓ, ਜਿਹੜੇ ਮੇਨ ਪ੍ਰੋਡਕਟ ਆ ਜਿਸ ਨੂੰ ਕੈਪੀਟਲ ਗੁੱਡਸ ਅਸੀਂ ਕਹਿੰਦੇ, ਜਿਹਦੇ ਵਿੱਚ ਬਹੁਤ ਟੈਕਨੀਕਲੀ ਹਾਈ ਫਾਈ ਕੁਆਲਿਟੀ ਚਾਹੀਦੀ ਆ, ਉਹ ਹਾਲੇ ਚਾਈਨਾ ਤੋਂ ਹੀ ਸਪਲਾਈ ਹੁੰਦੀ ਆ। ਯੂਰਪ ਤੋਂ ਮਸ਼ੀਨਰੀ ਸਪਲਾਈ ਹੋ ਰਹੀ ਆ, ਲੇਕਿਨ ਯੂਰਪ ਬਹੁਤ ਐਕਸਪੈਂਸਿਵ ਹੈ, ਹਰ ਬੰਦਾ ਪਰਚੇਜ਼ ਨਹੀਂ ਕਰ ਸਕਦਾ। ਤੇ ਚਾਈਨਾ ਦੇ ਮੁਕਾਬਲੇ ਹਾਲੇ ਕੋਈ ਵੀ ਕੰਟਰੀ ਇੱਦਾਂ ਦੀ ਨਹੀਂ ਹੈ ਜਿਹੜੀ ਕਿ ਚੀਜ਼ਾਂ ਦੀ ਡਿਮਾਂਡ ਪੂਰੀ ਕਰ ਸਕੇ ਪੂਰੇ ਵਰਲਡ ਦੀ। ਨਹੀਂ, ਚਾਈਨਾ ਹੀ ਅਸੀਂ ਇਹ ਨਹੀਂ ਕਹਿੰਦੇ ਕਿ ਪੂਰੀ ਕਰ ਸਕੇ, ਪਰ ਇੱਦਾਂ ਹੁੰਦਾ ਉਹ ਕਹਿੰਦੇ ਨਾ ਓਪਰਚੁਨਿਟੀ ਸੀ ਪੂਰੇ ਵਰਲਡ ਦੇ ਬਾਕੀ ਕੰਟਰੀਜ਼ ਲਈ, ਓਪਰਚੁਨਿਟੀ ਸੀ। ਜੇ ਮੈਂ ਗੱਲਬਾਤ ਕਰਾਂ ਤਾਂ ਮੈਨੂੰ ਯਾਦ ਹੈ ਜਦੋਂ ਮੈਂ ਸਟਾਰਟ ਕੀਤਾ ਸੀ ਤੁਹਾਡੇ ਸਭ ਨੂੰ ਦੇਖਣਾ, ਤਾਂ ਉਦੋਂ ਤਾਇਵਾਨ ਦੀ ਮਸ਼ੀਨਰੀ ਬਹੁਤ ਜ਼ਿਆਦਾ ਹੁੰਦੀ ਸੀ, ਔਰ ਉਹ ਕਹਿੰਦੇ ਸੀ ਟੈਕਨੋਲੋਜੀ ਵਾਈਜ਼ ਵੀ ਚਾਈਨਾ ਦੀ ਮਸ਼ੀਨਰੀ ਤੋਂ ਅਪ ਸੀ, ਪਰ ਚਾਈਨਾ ਇਸ ਲਈ ਕਬਜ਼ਾ ਕਰ ਗਿਆ ਕਿਉਂਕਿ ਉਹਨੇ ਡਿਵੈਲਪਮੈਂਟ ਦੇ ਨਾਲ ਨਾਲ ਸਸਤਾ ਬਹੁਤ ਦਿੱਤਾ। ਪਰ ਅੱਜ ਤਾਂ ਹੁਣ ਕਿਉਂਕਿ ਰਿਸਟ੍ਰਿਕਸ਼ਨਸ ਕਰਕੇ ਚਾਈਨਾ ਦਾ ਪ੍ਰੋਡਕਟ ਵੀ ਕਿਤੇ ਨਾ ਕਿਤੇ ਮਹਿੰਗਾ ਹੋਇਆ। ਸੋ ਅੱਜ ਕਿੰਨਾ ਕੁ ਫਰਕ ਹੈ? ਤਾਇਵਾਨ ਵਰਗੇ ਨੇ ਦੁਬਾਰਾ ਆਪਣੇ ਆਪ ਨੂੰ ਪੋਜੀਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਕੀਤੀ, ਜਾਂ ਕਿੰਨਾ ਕੁ % ਕਰ ਪਾਇਆ? ਐਕਚੁਅਲੀ ਚਾਈਨਾ ਦੇ ਵਿੱਚ ਨਾ ਸਿਰਫ ਪ੍ਰਾਈਸ ਦਾ ਮੈਟਰ ਨਹੀਂ ਆ। ਹੁਣ ਚਾਈਨਾ ਨੇ ਆਪਣੇ ਆਪ ਨੂੰ ਕੁਆਲਿਟੀ 'ਚ ਵੀ ਬਹੁਤ ਡਿਵੈਲਪ ਕਰ ਲਿਆ। ਡੇ ਬਾਈ ਡੇ ਦੇਖੋ, ਚਾਈਨਾ ਨੂੰ ਡਿਵੈਲਪ ਹੋਣ ਦੇ ਲਈ ਐਟਲੀਸਟ 20 ਈਅਰਸ ਦਾ ਟਾਈਮ ਲੱਗ ਗਿਆ। 2000 ਤਕਰੀਬਨ ਤੁਸੀਂ 1999 ਜਾਂ 2000 ਸਨ ਤੋਂ ਲੈ ਕੇ ਹੁਣ ਤੱਕ ਚਾਈਨਾ ਲਗਾਤਾਰ ਡਿਵੈਲਪ ਕਰਦਾ ਪਿਆ, ਔਰ ਉਸ ਡਿਵੈਲਪਮੈਂਟ ਨੂੰ ਕੋਈ ਵੀ ਜਿਹੜਾ ਕੰਟਰੀ ਆ ਇੱਕ ਅੱਧੇ ਸਾਲ 'ਚ ਅਚੀਵ ਨਹੀਂ ਕਰ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਇਸ ਨੂੰ ਬੜਾ ਲੰਬਾ ਟਾਈਮ ਚਾਹੀਦਾ। ਫਿਰ ਸੈਕਿੰਡ ਨੰਬਰ ਹੈ ਕਿ ਚਾਈਨਾ ਦੀ ਖੁਦ ਦੀ ਡੋਮੈਸਟਿਕ ਮਾਰਕੀਟ ਬਹੁਤ ਬੜੀ ਹੈ। ਉਹ ਜੋ ਵੀ ਚੀਜ਼ਾਂ ਇੰਨੀਆਂ ਜ਼ਿਆਦਾ ਪ੍ਰੋਡਿਊਸ ਕਰਦੇ ਆ, ਉਹਨਾਂ ਦੀ ਆਪਣੀ ਡੋਮੈਸਟਿਕ ਡਿਮਾਂਡ ਇੰਨੀ ਜ਼ਿਆਦਾ। ਹੁਣ ਕੋਈ ਹੋਰ ਕੰਟਰੀ, ਚਾਹੇ ਤਾਇਵਾਨ ਆ ਚਾਹੇ ਕੋਰੀਆ ਵਾ, ਅਗਰ ਕੋਈ ਵੀ ਮਸ਼ੀਨਰੀ ਬਣਾਏਗਾ ਜਾਂ ਮਸ਼ੀਨ ਬਣਾਉਣ ਦੀ ਕੋਸ਼ਿਸ਼ ਕਰੇਗਾ, ਉਹ ਇੰਨੀ ਹਾਈ ਪ੍ਰੋਡਕਸ਼ਨ ਦੇ ਵਿੱਚ ਜਾਂ ਹਾਈ ਲੈਵਲ 'ਤੇ ਮਸ਼ੀਨਰੀ ਨਹੀਂ ਬਣਾਉਂਦਾ, ਕਿਉਂਕਿ ਉਹਨਾਂ ਦੀ ਆਪਣੀ ਡਿਮਾਂਡ ਬਹੁਤ ਘੱਟ ਆ। ਉਹਨਾਂ ਨੇ ਸਿਰਫ ਐਕਸਪੋਰਟ ਕਰਨੀ ਹੁੰਦੀ ਹੈ ਅਤੇ ਉਹਨਾਂ ਨੂੰ ਫਿਰ ਐਂਡ ਦੇ ਵਿੱਚ ਚਾਈਨਾ ਨਾਲ ਹੀ ਕੰਪੀਟ ਕਰਨਾ ਪੈਂਦਾ। ਬਿਲਕੁਲ ਠੀਕ ਹੈ। ਇਸ ਰੀਜ਼ਨ ਪਿੱਛੇ ਹਾਲੇ ਫॉर ਦੀ ਟਾਈਮ ਬੀਇੰਗ ਕੋਈ ਵੀ ਕੰਟਰੀ ਇੰਨੀ ਜਲਦੀ ਇੱਕ ਅੱਧੇ ਸਾਲ ਦੇ ਵਿੱਚ ਇੰਨਾ ਨਹੀਂ ਡਿਵੈਲਪ ਹੋਇਆ ਕਿ ਚਾਈਨਾ ਨੂੰ ਕੰਪੀਟ ਕਰ ਸਕੇ। ਚਾਈਨਾ ਦੀ ਮੈਨੂਫੈਕਚਰਿੰਗ ਕਾਸਟ ਵੀ ਥੱਲੇ ਆ ਪੂਰੇ ਵਰਲਡ ਦੇ ਨਾਲੋਂ। ਸੈਕਿੰਡ, ਉਹਨਾਂ ਦੀ ਕੁਆਲਿਟੀ ਵੀ ਅੱਜ ਦੀ ਤਰੀਕ 'ਚ ਬਹੁਤ ਜ਼ਿਆਦਾ ਅਪਰੂਵਡ ਆ। ਕੁਝ ਪ੍ਰੋਡਕਟ ਆ ਜਿਹੜੇ ਕਿ ਯੂਰਪ ਵਗੈਰਾ ਤੋਂ ਆ ਰਿਹਾ, ਲੇਕਿਨ ਓਵਰਆਲ ਹਾਲੇ ਵੀ ਚਾਈਨਾ ਜਿਹੜਾ ਵੈ ਐਜ਼ ਏ ਸਪਲਾਇਰ ਬਹੁਤ ਅੱਗੇ ਆ, ਤੇ ਉਸ ਨੂੰ ਹਾਲੇ ਫॉर ਦੀ ਟਾਈਮ ਬੀਇੰਗ ਆਪਾਂ ਉਸ ਨੂੰ ਇਗਨੋਰ ਨਹੀਂ ਕਰ ਸਕਦੇ ਕਿਸੇ ਵੀ ਹਾਲਤ 'ਚ। ਚਾਈਨਾ ਨੂੰ ਕੰਪੀਟ ਕਰਨਾ ਤੁਸੀਂ ਕਹਿ ਰਹੇ ਹੋ ਕਿਤੇ ਨਾ ਕਿਤੇ ਪੂਰੇ ਵਰਲਡ ਲਈ ਇੱਕ ਸੁਪਨਾ ਹੀ ਹੈ। ਹਾਲੇ ਬਹੁਤ ਡਿਫਿਕਲਟ ਆ, ਹਾਲੇ ਬਹੁਤ ਡਿਫਿਕਲਟ ਆ। ਆਉਣ ਵਾਲੇ ਟਾਈਮ 'ਚ ਅਗਰ ਕੋਈ ਸਰਕਮਸਟਾਂਸਿਸ ਵਗੈਰਾ ਚੇਂਜ ਹੁੰਦੇ ਆ, ਦੇਖੋ ਡਿਮਾਂਡ ਜਿਹੜੀ ਬਹੁਤ ਬੜੀ ਆ ਉਹ ਚਾਈਨਾ ਪੂਰੀ ਕਰ ਸਕਦਾ। ਚਾਈਨਾ ਦੇ ਵਿੱਚ ਹੀ ਇੱਦਾਂ ਦੇ ਮੈਨੂਫੈਕਚਰਿੰਗ ਆ ਜਿਹੜੇ ਕਿ 100 200 300 ਯੂਨਿਟ ਹਰ ਮੰਥ ਬਣਾਉਂਦੇ ਆ। ਹੁਣ ਬਾਕੀ ਕੰਟਰੀ 'ਚ ਇੰਨੇ ਨਹੀਂ ਨਾ ਹਾਲੇ, ਉਹਦਾ ਵੀ ਹੈਗਾ। ਦੂਸਰੀ ਗੱਲ ਆ ਕਿ ਡੇ ਬਾਈ ਡੇ ਚਾਈਨਾ ਆਪਣੀ ਟੈਕਨੋਲੋਜੀ ਦੇ ਵਿੱਚ ਲਗਾਤਾਰ ਸੁਧਾਰ ਕਰਦਾ ਜਾ ਰਿਹਾ। ਮਤਲਬ ਰੁਕਿਆ ਨਹੀਂ ਹੈ ਉਹ ਹਜੇ, ਉਹ ਰੁਕਿਆ ਨਹੀਂ ਆ। R&D ਬਹੁਤ ਜ਼ਿਆਦਾ। ਕੋਈ ਵੀ ਮਸ਼ੀਨ ਹੁੰਦੀ ਆ, ਅਗਰ ਬਾਈ ਚਾਂਸ ਉਹਦੀ ਕੁਆਲਿਟੀ 'ਚ ਜਰਾ ਪ੍ਰੋਬਲਮ ਹੁੰਦੀ, ਨੈਕਸਟ ਈਅਰ ਉਹ ਠੀਕ ਹੋ ਜਾਂਦੀ ਹੈ। ਤੇ ਇਸ ਵੇਲੇ ਹੁਣ ਕੌਨਫੀਡੈਂਸ ਵੀ ਚਾਈਨਾ ਦੇ ਉੱਤੇ, ਚਾਈਨਾ ਦੀ ਮਸ਼ੀਨਰੀ ਦੇ ਉੱਤੇ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਦਾ ਬਹੁਤ ਜ਼ਿਆਦਾ। ਇਸ ਕਾਰਨ ਹਾਲੇ ਫॉर ਦੀ ਟਾਈਮ ਬੀਇੰਗ ਤਾਂ ਡਿਫਿਕਲਟ ਹੈ ਜੀ, ਤੇ ਲੇਕਿਨ ਅੱਗੇ ਫਰਦਰ ਫਿਊਚਰ ਦੇ ਵਿੱਚ ਹੋ ਸਕਦਾ ਵਾ ਕਿ ਕੋਈ ਹੋਰ ਬੰਦਾ ਇੰਪਰੂਵ ਕਰੇ ਜਾਂ ਅੱਗੇ ਆਵੇ, ਲੇਕਿਨ ਹਾਲੇ ਤਾਂ ਮੇਨ ਸੋਰਸ ਚਾਈਨਾ ਹੀ ਹੈ। ਸੋ ਕੀ ਲੱਗ ਰਿਹਾ ਇਸ ਵਾਰ ਦੀ ਐਗਜ਼ੀਬਿਸ਼ਨ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਆਏਗਾ? ਜਿੱਦਾਂ ਤੁਸੀਂ ਕਿਹਾ ਕਿ ਬੁਕਿੰਗਸ ਬਹੁਤ ਅੱਛੀਆਂ ਚੱਲ ਰਹੀਆਂ, ਵਿਜ਼ਟਰਸ ਆਲਰੇਡੀ ਕੁਐਰੀ ਕਰ ਰਹੇ ਹੈ। ਸੋ ਗਾਰਮੈਂਟ ਮੈਨੂਫੈਕਚਰਿੰਗ ਸੈਕਟਰ ਨੂੰ ਕਿੱਦਾਂ ਦੀਆਂ ਚੀਜ਼ਾਂ ਮਿਲਣਗੀਆਂ ਨਵੀਆਂ ਤਾਂ ਕਿ ਉਹਨਾਂ ਦਾ ਹੋਰ ਉਤਸ਼ਾਹ ਵਧੇ ਆਉਣ ਲਈ? ਦੇਖੋ, ਕੋਵਿਡ ਪੋਸਟ ਕੋਵਿਡ ਜਿਹੜਾ ਹੈਗਾ ਵਾ, ਜਿਹੜਾ ਕੋਵਿਡ ਤੋਂ ਬਾਅਦ ਦਾ ਟਾਈਮ ਹੈ, ਉਹ ਐਕਚੁਅਲ ਅਗਰ ਦੇਖਿਆ ਜਾਵੇ ਤੇ ਪੂਰੇ ਹਿੰਦੁਸਤਾਨ ਦੇ ਲਈ ਜਿਹੜੇ ਮੈਨੂਫੈਕਚਰ ਆ, ਕੁਝ ਸੈਕਟਰ ਇਫੈਕਟ ਜ਼ਿਆਦਾ ਹੋਇਆ, ਲੇਕਿਨ ਅਦਰਵਾਈਜ਼ ਹੁਣ ਜਿਹੜੇ ਆਰਡਰਸ ਵਗੈਰਾ ਵਾ, ਜਿਹੜੀਆਂ ਬੜੀਆਂ ਕੰਪਨੀਆਂ, ਕਾਰਪੋਰੇਟ ਕੰਪਨੀਜ਼ ਹੈਗੀਆਂ, ਉਹਨਾਂ ਕੋਲ ਆਰਡਰਸ ਬਹੁਤ ਜ਼ਿਆਦਾ ਹੈਗੇ ਆ।
ਤੇ ਹੁਣ ਜਿੱਦਾਂ ਐਗਜ਼ੀਬਿਸ਼ਨ ਵਗੈਰਾ ਵੀ ਉਹ ਵੀ ਹੈ ਔਰ ਇਹਦੇ ਵਿੱਚ ਬੜੀ ਉਮੀਦ ਹੈ ਕਿ ਜਿਹੜੀਆਂ ਬਹੁਤ ਅੱਛੇ ਆਰਡਰਸ ਹਰ ਬੰਦੇ ਨੂੰ ਮਿਲਣਗੇ। ਜਿਹੜਾ ਬੰਦਾ ਆ ਰਿਹਾ ਜਾਂ ਡਿਸਪਲੇ ਕਰਦਾ ਪਿਆ ਜਾਂ ਓਵਰਆਲ ਵੈਸੇ ਚਲੋ ਅੱਗੇ ਜੇ ਕੋਵਿਡ ਬਾਈ ਚਾਂਸ ਹਾਲੇ ਵੀ ਰੁਕ ਜਾਂਦਾ ਹੈਗਾ ਤੇ ਫਿਊਚਰ ਬਹੁਤ ਅੱਛਾ ਵਾ ਇਸ ਦਾ ਜੀ। ਗਾਰਮੈਂਟਸ ਇੰਡਸਟਰੀ ਦਾ ਬਹੁਤ ਅੱਛਾ ਵਾ, ਡਾਈਂਗ ਦਾ ਬਹੁਤ ਅੱਛਾ ਵਾ, ਫਿਰ ਟੈਕਸਟਾਈਲ ਦਾ ਬਹੁਤ ਅੱਛਾ ਹੈਗਾ। ਇਸ ਵੇਲੇ ਪੂਰੇ ਵਰਲਡ ਨੂੰ ਨੀਡ ਹੈ ਹਰ ਚੀਜ਼ ਦੀ ਔਰ ਹਿੰਦੁਸਤਾਨ ਆਉਣ ਵਾਲੇ ਟਾਈਮ ਦੇ ਉੱਤੇ ਵਨ ਆਫ ਦੀ ਬੈਸਟ ਸੋਰਸ ਆ ਪੂਰੇ ਵਰਲਡ ਦੇ ਲਈ, ਜਿਹੜਾ ਜਿਸ ਨੂੰ ਹਰ ਦੁਨੀਆ ਦੇਖਦੀ ਹੈ। ਅਗਰ ਬਾਈ ਚਾਂਸ ਕੋਈ ਵੀ ਕੰਟਰੀ ਚਾਈਨਾ ਨੂੰ ਬਾਈਕਾਟ ਕਰਦਾ ਜਾਂ ਕਹਿੰਦੇ ਆ ਕਿ ਵੀ ਨਹੀਂ ਅਸੀਂ ਚਾਈਨਾ ਤੋਂ ਇੰਪੋਰਟ ਕਰਨਾ, ਉਹਦੇ ਲਈ ਸੈਕਿੰਡ ਆਪਸ਼ਨ ਸਭ ਤੋਂ ਬੈਸਟ ਤਾਂ ਹਿੰਦੁਸਤਾਨ ਹੀ ਹੈ, ਜਿਹਦੇ 'ਤੇ ਬਹੁਤ ਜ਼ਿਆਦਾ ਰਿਲਾਇਬਲ ਹੋ ਸਕਦਾ ਸਾਰੀ ਗੱਲ। ਸਰ ਜਿਵੇਂ ਤੁਸੀਂ ਲੋਕੀ ਟੈਕਨੋਲੋਜੀ ਇੰਪੋਰਟ ਕਰਦੇ ਹੋ ਉੱਥੋਂ ਦੀ, ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕੀ ਇਸ ਦੌਰਾਨ ਕਿਤੇ ਇੰਡੀਅਨ ਗੌਰਮੈਂਟ ਨੇ ਵੀ ਮੇਕ ਇਨ ਇੰਡੀਆ ਨੂੰ ਬੜਾ ਬੂਸਟ ਕਰਨ ਦੀ ਕੋਸ਼ਿਸ਼ ਕੀਤੀ? ਕਿ ਤੁਹਾਨੂੰ ਕਦੀ ਭਾਰਤ ਸਰਕਾਰ ਜਾਂ ਉਹਨਾਂ ਦੇ ਪ੍ਰਤੀਨਿਧੀਆਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਨਰਿੰਦਰ ਜੀ ਤੁਸੀਂ ਲੋਕੀ ਮੇਰੇ ਖਿਆਲ ਸਭ ਤੋਂ ਵੱਡੀ ਇੱਕ ਐਸੋਸੀਏਸ਼ਨ ਜਾਂ ਉਹ ਟਰੇਡਰਸ ਹੈਗੇ ਹੋ ਜਿਹੜੇ ਸਭ ਤੋਂ ਜ਼ਿਆਦਾ ਇੰਪੋਰਟ ਕਰ ਰਹੇ ਹੋ ਇੰਡੀਆ ਦੇ ਵਿੱਚ ਇਹ ਮਸ਼ੀਨਰੀ ਨੂੰ, ਕਿ ਕੋਈ ਇੱਦਾਂ ਦੇ ਸਾਨੂੰ ਦੱਸੋ ਕਿ ਅਸੀਂ ਕੀ ਕਦਮ ਚੱਕੀਏ ਕਿ ਉਹ ਇਹੋ ਜਿਹੀਆਂ ਮਸ਼ੀਨਰੀਆਂ ਨੂੰ ਬਣਾਉਣ ਦਾ ਉਪਰਾਲਾ ਹੀ ਇੰਡੀਆ 'ਚ ਕੀਤਾ ਜਾ ਸਕੇ? ਨਹੀਂ, ਐਕਚੁਅਲੀ ਸਾਡੀਆਂ ਬਹੁਤ ਮੀਟਿੰਗਸ ਹੋਈਆਂ ਜੀ। ਗੌਰਮੈਂਟ ਨੇ ਬਹੁਤ ਸਾਰੇ ਫੰਡਸ ਵੀ ਪ੍ਰੋਵਾਈਡ ਕਰਵਾਏ ਹੈ ਔਰ ਬਹੁਤ ਸਾਰੀਆਂ ਨਵੀਆਂ ਸਕੀਮਾਂ ਵੀ ਬਣਾਈਆਂ ਜਿਹਦੇ ਤਹਿਤ ਉਹ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਕਿ ਹਿੰਦੁਸਤਾਨ ਦੇ ਵਿੱਚ ਜਿੰਨੀ ਮੈਕਸਿਮਮ ਹੋ ਸਕੇ ਕਿ ਮਸ਼ੀਨਰੀ ਬਣਨੀ ਸ਼ੁਰੂ ਹੋ ਜਾਵੇ। ਈਵਨ ਸਾਡੇ ਕੋਲ ਵੀ ਗੌਰਮੈਂਟ ਦੇ ਬਹੁਤ ਸਾਰੇ ਜਿਹੜੇ ਬੰਦੇ ਹੈਗੇ ਆ ਉਹ ਸਾਨੂੰ ਅਪਰੋਚ ਕੀਤਾ, ਉਹਨਾਂ ਨੇ ਆਪਣੀਆਂ ਸਕੀਮਾਂ ਵੀ ਸਾਨੂੰ ਦੱਸੀਆਂ। ਅਸੀਂ ਲੋਕਾਂ ਨੇ ਵੀ ਇੱਥੇ ਜਿਹੜੇ ਡੋਮੈਸਟਿਕ ਲੈਵਲ 'ਤੇ ਜਿੰਨੇ ਬੰਦੇ ਮਸ਼ੀਨਰੀ ਬਣਾ ਰਹੇ ਆ ਜਾਂ ਸਪੇਅਰ ਪਾਰਟਸ ਬਣਾ ਰਹੇ ਆ ਉਹਨਾਂ ਨੂੰ ਵੀ ਇਨਵਾਈਟ ਕੀਤਾ, ਉਹਨਾਂ ਨਾਲ ਉਹਨਾਂ ਦੀਆਂ ਮੀਟਿੰਗਸ ਕਰਾਈਆਂ। ਫਿਰ ਜੋ ਪ੍ਰੋਬਲਮਸ ਉਹਨਾਂ ਨੂੰ ਆ ਰਹੀਆਂ ਸੀ ਉਹ ਵੀ ਪ੍ਰੋਬਲਮ ਉਹਨਾਂ ਨਾਲ ਡਿਸਕਸ ਕੀਤੀਆਂ। ਸਟੈਪ ਬਾਈ ਸਟੈਪ ਥੋੜ੍ਹਾ ਅੱਗੇ ਇੰਪਰੂਵਮੈਂਟ ਹੋ ਰਹੀ ਆ, ਲੇਕਿਨ ਇਹ ਬਹੁਤ ਲੰਬਾ ਪ੍ਰੋਸੈਸ ਹੁੰਦਾ। ਆਪਣੀ ਗੌਰਮੈਂਟ ਜਿਹੜਾ 20 ਸਾਲ ਦਾ ਪ੍ਰੋਸੈਸ ਆ ਆਪਾਂ 1 ਸਾਲ 'ਚ ਕਦੇ ਵੀ 1 ਸਾਲ 'ਚ ਨਹੀਂ ਕਰ ਸਕਦੇ। ਹੋਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਵਾ ਕਿ ਦੇਖੋ ਕੋਈ ਵੀ ਮੈਨੂਫੈਕਚਰ ਆ ਉਸ ਨੂੰ ਫੰਡ ਦੀ ਕਮੀ ਹੈ, ਮਦਰ ਮਸ਼ੀਨਰੀ ਦੀ ਕਮੀ ਹੈ, ਜਗ੍ਹਾ ਦੀ ਕਮੀ ਹੈ। ਫਿਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਇਹ ਹੁੰਦੀਆਂ ਕਿ ਹੁਣ ਜਿੰਨੇ ਮੈਨੂਫੈਕਚਰਿੰਗ ਸੈਕਟਰ ਆ ਉਹਨਾਂ ਦੀ ਪ੍ਰੋਬਲਮਸ ਵੀ ਡਿਫਰੈਂਟ ਹੈ। ਹੁਣ ਕਿਹੜੇ ਸੈਕਟਰ 'ਚ ਕਿੱਦਾਂ ਡਿਵੈਲਪਮੈਂਟ ਹੋਏਗੀ ਉਹ ਫਿਰ ਬਹੁਤ ਲੰਬਾ ਪ੍ਰੋਸੈਸ ਆ, ਲੇਕਿਨ ਹੋ ਰਿਹਾ। ਹਾਲੇ ਚਾਹੇ ਹੋ ਰਿਹਾ ਸਲੋ ਹੋ ਰਿਹਾ, ਲੇਕਿਨ ਸਟੈਪ ਬਾਈ ਸਟੈਪ ਕਰਕੇ ਹੌਲੀ ਕਰਕੇ ਕੁਝ ਮਸ਼ੀਨਰੀ ਹਿੰਦੁਸਤਾਨ ਦੇ ਵਿੱਚ ਬਣਨੀ ਸ਼ੁਰੂ ਹੋ ਜਾਏਗੀ। ਔਰ ਇਹ ਵੀ ਡਿਪੈਂਡ ਆ ਕਿ ਦੇਖੋ R&D ਵੀ ਬੜੀ ਇੰਪੋਰਟੈਂਟ ਹੈ ਕਿ ਅੱਜ ਇੱਕ ਤਰ੍ਹਾਂ ਦੀ ਮਸ਼ੀਨਰੀ ਬਣ ਗਈ, ਉਹਨੂੰ ਨੈਕਸਟ ਈਅਰ ਹੋਰ ਇੰਪਰੂਵਮੈਂਟ ਚਾਹੀਦੀ। ਇਹ ਸਾਰੇ ਜਿਹੜੇ ਪੁਆਇੰਟਸ ਆ ਫਿਰ ਸਟੈਪ ਬਾਈ ਸਟੈਪ ਮੇਰਾ ਖਿਆਲ ਹੁੰਦੀ ਚਲੇਗੀ। ਗੌਰਮੈਂਟ ਆਪਣੇ ਵੱਲੋਂ ਬੜੀ ਕੋਸ਼ਿਸ਼ ਕਰਦੀ ਪਈ ਹੈ ਕਿ ਅਸੀਂ ਫੈਸਿਲਿਟੀਆਂ ਦਈਏ, ਇੱਕ ਕੰਬਾਈਨਡ ਸਟੇਸ਼ਨ ਬਣਾ ਦਈਏ ਕਿਸੇ ਸ਼ਹਿਰ ਦੇ ਵਿੱਚ ਜਿਹੜਾ ਕਿ ਮਦਰ ਮਸ਼ੀਨਰੀ ਵਗੈਰਾ ਵੀ ਪ੍ਰੋਵਾਈਡ ਕਰਵਾਵੇ ਜਾਂ ਮੈਨੂਫੈਕਚਰ ਨੂੰ ਸਾਰੀ ਟੈਕਨੀਕਲ ਨੋ ਹਾਓ ਵੀ ਦੇਵੇ ਜਾਂ ਕੋਲੈਬੋਰੇਸ਼ਨ ਲਈ ਵੀ ਬਹੁਤ ਇਨਕਰੇਜ ਕਰਦੇ ਹੈਗੇ। ਆਉਣ ਵਾਲੇ ਦਿਨਾਂ 'ਚ ਵੈਸੇ ਹੋ ਜਾਏਗਾ ਹਾਲੇ, ਲੇਕਿਨ ਥੋੜ੍ਹਾ ਵਕਤ ਲੱਗੇਗਾ, ਲੇਕਿਨ ਹੋ ਜਾਏਗਾ। ਇੰਡੀਆ ਦੇ ਵਿੱਚ ਜਿਵੇਂ ਤੁਸੀਂ ਕਿਹਾ ਗਾਰਮੈਂਟ ਨੂੰ ਲੈ ਕੇ ਕਿੱਦਾਂ ਦੀ ਓਪਰਚੁਨਿਟੀਜ਼ ਹੈਗੀਆਂ ਵਰਲਡ ਮਾਰਕੀਟ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਹੁਣ ਲੋਕ ਜਿਹੜਾ ਸੈਕਿੰਡ ਜਿਹੜਾ ਇੰਡੀਆ ਜਿਹੜਾ ਹੈਗਾ ਮੇਨ ਸੋਰਸ ਹੋ ਸਕਦਾ, ਸੋ ਕਿੱਦਾਂ ਦੀ ਓਪਰਚੁਨਿਟੀਜ਼ ਹੈ ਮੈਨੂਫੈਕਚਰਿੰਗ ਸੈਕਟਰ ਨੂੰ ਕੀ ਕਰਨਾ ਚਾਹੀਦਾ? ਨਹੀਂ ਦੇਖੋ ਇਹਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਤੁਹਾਡੀ ਕੁਆਲਿਟੀ ਔਰ ਕਮਿਟਮੈਂਟਸ ਹੈ ਉਹਨੂੰ ਟਾਈਮ 'ਤੇ ਪਾਓ। ਹਾਂ, ਇਹ ਜਿਹੜੀ ਚੀਜ਼ ਹੈ ਦੇਖੋ ਅੱਜ ਕੋਈ ਵੀ ਕੰਟਰੀ ਹੈ ਅਗਰ ਅੱਜ ਹਿੰਦੁਸਤਾਨ ਆ USA ਨੂੰ ਐਕਸਪੋਰਟ ਕਰਦਾ ਜਾਂ ਯੂਰਪ ਨੂੰ ਐਕਸਪੋਰਟ ਕਰਦਾ ਜਾਂ ਰਸ਼ੀਆ ਨੂੰ ਐਕਸਪੋਰਟ ਕਰਦਾ, ਉਹਦੇ ਵਿੱਚ ਬਸ 2 ਚੀਜ਼ਾਂ ਬਹੁਤ ਇੰਪੋਰਟੈਂਟ ਹੈ ਕਿ ਮਤਲਬ ਕਿ ਇੱਕ ਤਾਂ ਕਮਿਟਡ ਕੁਆਲਿਟੀ ਹੋਣੀ ਚਾਹੀਦੀ ਹੈ, ਸੈਕਿੰਡ ਆ ਕਿ ਜਿਹੜੀ ਡਿਲੀਵਰੀ ਉਸ ਦੀ ਉਹ ਬੜੀ ਟਾਈਮ। ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਇਸ ਵਾਰ ਐਗਜ਼ੀਬਿਸ਼ਨ ਲਈ? ਇਸ ਵਾਰ ਐਗਜ਼ੀਬਿਸ਼ਨ ਦੇ ਵਿੱਚ ਬਹੁਤ ਪ੍ਰੋਪਰ ਤਰੀਕੇ ਦੇ ਅਰੇਂਜਮੈਂਟਸ ਹੈਗੇ ਆ। ਥੋੜ੍ਹਾ ਨਾ ਅਸੀਂ ਲੋਕਾਂ ਨੇ ਹੁਣ ਜਿਹੜੀ ਮੀਟਿੰਗਸ ਹੋ ਰਹੀ ਹੈ ਉਸ ਦੇ ਵਿੱਚ ਅਸੀਂ ਥੋੜ੍ਹਾ ਇਹ ਵੀ ਸੋਚਦੇ ਪਏ ਸੀਗੇ ਕਿ ਇਸ ਵਾਰੀ ਮਾਰਚ ਦੇ ਵਿੱਚ ਐਂਡ 'ਚ ਲੱਗਦੇ ਸੀ, ਹੋ ਸਕਦਾ ਥੋੜ੍ਹਾ ਮੌਸਮ ਦਾ ਵੀ ਫਰਕ ਹੋਵੇ, ਥੋੜ੍ਹੀ ਗਰਮੀ ਹੋਵੇ, ਅਤੇ ਉਹਦੇ ਹਿਸਾਬ ਨਾਲ ਵੀ ਅਸੀਂ ਉੱਥੇ ਅੰਦਰ ਕੂਲਿੰਗ ਦਾ ਸਿਸਟਮ ਜਾਂ ਕੋਈ ਹੋਰ ਚੀਜ਼ਾਂ ਦਾ ਪ੍ਰੋਪਰ ਅਰੇਂਜਮੈਂਟਸ ਕਰਦੇ ਪਏ ਹਾਂ। ਬਾਕੀ ਜਦੋਂ ਐਗਜ਼ੀਬਿਸ਼ਨ ਲੱਗੇਗੀ ਜਾਂ ਸ਼ੋਅ ਹੋਏਗਾ ਤੇ ਫਿਰ ਸਾਰਿਆਂ ਨੂੰ ਪਤਾ ਚੱਲ ਜਾਏਗਾ। ਜੋ ਬੈਸਟ ਹੋ ਸਕਦਾ ਹੋਏਗਾ ਅਸੀਂ ਕਰਾਂਗੇ ਤਾਂ ਕਿ ਕਿਸੇ ਵੀ ਸਾਡਾ ਜਿਹੜਾ ਵਿਜ਼ਿਟਰ ਹੈ ਜਾਂ ਕੋਈ ਵੀ ਸਾਡਾ ਜਿਹੜਾ ਪਾਰਟਿਸਪੈਂਟ ਹੈਗਾ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਪਰ ਇੰਟਰਨੈਸ਼ਨਲ ਵਿਜ਼ਿਟਰ ਨਹੀਂ ਹੋਣਗੇ? ਇੰਟਰਨੈਸ਼ਨਲ ਵਿਜ਼ਿਟਰ ਬਹੁਤ ਡਿਫਿਕਲਟ ਆ ਕਿਉਂਕਿ ਇਸ ਵੇਲੇ ਵੀਜ਼ੇ ਦੀ ਬਹੁਤ ਦਿੱਕਤ ਆ ਰਹੀ ਹੈ। ਵੀਜ਼ਾ ਜਾਣ ਲਈ ਵੀ ਔਰ ਆਉਣ ਲਈ ਵੀ ਦਿੱਕਤ ਹੈਗੀ ਆ, ਲੇਕਿਨ ਮਸ਼ੀਨਰੀ ਜਿਹੜੀ ਇੰਪੋਰਟ ਹੋ ਰਹੀ ਹੈ ਤਕਰੀਬਨ ਹਰ ਕੰਟਰੀ ਦੀ ਅਸੀਂ ਸ਼ੋਅ ਕਰਦੇ ਪਏ ਹਾਂ। ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੈ ਜਾਂ ਜਿਹੜੇ ਹੁਣ ਸਾਡੇ ਲੋਕਲ ਬਹੁਤ ਸਾਰੇ ਮੈਨੂਫੈਕਚਰ ਆ ਜਿਨ੍ਹਾਂ ਨੇ ਬਹੁਤ ਡਿਵੈਲਪਮੈਂਟ ਕੀਤੀ, ਉਹ ਸਾਰੇ ਇੱਥੇ ਮਸ਼ੀਨਰੀ ਸ਼ੋਅ ਕਰਦੇ ਪਏ ਆ। ਤੇ ਮੇਰੇ ਖਿਆਲ 'ਚ ਕਿ ਇਹ ਜਿਹੜਾ ਸ਼ੋਅ ਹੋਏਗਾ ਇਹ ਬਹੁਤ ਅੱਛਾ ਸ਼ੋਅ ਹੋਏਗਾ। ਆਫਟਰ 1.5 year ਇਟ ਵਿਲ ਬੀ ਵੈਰੀ ਗੁੱਡ।
ਫॉर ऑल दी पीपल्स। ਥੈਂਕ ਯੂ ਥੈਂਕ ਯੂ ਜੀ। ਸੋ ਦੋਸਤੋ ਇਹ ਸੀਗੇ ਨਰਿੰਦਰ ਕੁਮਾਰ ਜੀ ਜਿਨ੍ਹਾਂ ਨੇ ਗਮਸਾ 6ਵੀਂ ਗਮਸਾ ਐਕਸਪੋ ਦੇ ਬਾਰੇ 'ਚ ਸਾਨੂੰ ਜਾਣਕਾਰੀ ਦਿੱਤੀ ਔਰ ਇਹਨੂੰ ਕਿਹਾ ਜਾਂਦਾ ਹੈ ਕਿ ਲੁਧਿਆਣੇ ਦੇ ਵਿੱਚ ਇਹ ਜਿਹੜਾ ਹੈ ਹੌਜ਼ਰੀ ਦੀ ਮਸ਼ੀਨਰੀ ਦਾ ਮਹਾਕੁੰਭ ਵੀ ਕਿਹਾ ਜਾਂਦਾ ਹੈ ਕਿਉਂਕਿ ਜਿੰਨੀ ਹੌਜ਼ਰੀ ਦੀ ਮਸ਼ੀਨਰੀ ਦੀ ਲੇਟੈਸਟ ਟੈਕਨੋਲੋਜੀ ਹੈ ਇੱਥੇ ਡਿਸਪਲੇ ਹੁੰਦੀ ਹੈ ਪੂਰੇ ਵਰਲਡ ਦੀ ਔਰ ਮੈਨੂਫੈਕਚਰਰਸ ਨੂੰ ਇਹ ਫਾਇਦਾ ਹੁੰਦਾ ਕਿ ਇੱਥੇ ਘਰੇ ਬੈਠੇ ਹੋ ਆਪਣੇ ਡੋਰ ਸਟੈਪ ਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ 3 ਤੋਂ 4 ਦਿਨ ਲਗਾਤਾਰ ਇਨਫੋਰਮੇਸ਼ਨ ਲੈ ਕੇ ਆਪਣੇ ਆਪ ਨੂੰ ਅਪਡੇਟ ਕਰਕੇ ਆਪਣੀ ਫਿਊਚਰ ਜਿਹੜੀ ਹੈਗੀ ਸਟ੍ਰੈਟਜੀ ਨੂੰ ਜਿਹੜਾ ਹੈਗਾ ਇਨਵੈਸਟਮੈਂਟ ਨੂੰ ਜਿੱਥੇ ਸਹੀ ਦਿਸ਼ਾ ਦੇ ਸਕਦੇ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।